नहीं जी. Hello students. Today our topic is scheduling algorithms. ਆਪਣੇ ਰਾਜੇ ਆਪਾਂ ਨੇ ਕੀਤੇ ਸੀਗੇ ਸ਼ੈਡਿਊਲਿੰਗ ਕੀ ਹੁੰਦੀ ਆ ਉਹਦੇ ਨਾਲ ਰਿਲੇਟਡ ਸ਼ੈਡਿਊਲਰਸ ਬਾਰੇ ਪੜਿਆ ਸੀ ਸ਼ੈਡਿਊਲਰ ਦੀ ਟਾਈਪਸ ਕੀਤੀਆਂ ਸੀਗੀਆਂ ਐਂਡ ਸ਼ੈਡਿਊਲਿੰਗ ਕ੍ਰਾਈਟੇਰੀਆ ਉਹਦੇ ਵਿੱਚ ਕੀ ਆਉਂਦਾ ਇਹ ਆਪਾਂ ਕਰ ਚੁੱਕੇ ਹਾਂ ਨੈਕਸਟ ਆਪਣਾ ਜੋ ਟੌਪਿਕ ਇਹਦੇ ਰਿਗਾਰਡਿੰਗ ਹੈਗਾ ਉਹ ਹੈ ਸ਼ੈਡਿਊਲਿੰਗ algorithms ਕੀ ਹੁੰਦੇ ਨੇ scheduling CPU scheduling algorithm deal with the problem of deciding which of the process in the ready queue is to be allocated the CPU ਅਸਲ ਦੇ ਵਿੱਚ ਇਹੀ ਇੱਕ ਮਤਲਬ ਸਟੈਪ ਆਫ ਪ੍ਰੋਗਰਾਮਸ कोई प्रोग्राम कह सकते हो ठीक है स्टैप ऑफ स्टेटमेंट कह सकते हैं जिसकी हेल्प नाल असीं की करते हैं किहड़ी प्रोसैस नूं असीं एलोकेट करवाउणा CPU नूं ਤਾਂ CPU ਸ਼ੈਡਿਊਲਿੰਗ ਐਲਗੋਰਿਥਮ ਜਿਹੜੇ ਹੈਗੇ ਆ ਉਹ ਪ੍ਰੋਬਲਮ ਨਾਲ ਡੀਲ ਕਰਦੇ ਕਿਹੜੀ ਪ੍ਰੋਬਲਮ ਨਾਲ ਕਿ ਕਿਹੜੀ ਮਤਲਬ ਜਿਹੜਾ ਆਪਣੇ ਕੋਲ ਰੈਡੀ ਕਿਊ ਹੈਗੀ ਜਿਹਦੇ ਵਿੱਚ ਪ੍ਰੋਸੈਸਸ ਪਈਆਂ ਨੇ ਕਿ ਕਿਹੜੀ ਨੂੰ ਅਸੀਂ CPU ਐਲੋਕੇਟ ਕਰਾਉਣਾਗਾ ਕਿਹਦੀ ਮਤਲਬ ਟਰਨ ਆ CPU ਕਿਹਨੂੰ ਮਿਲਣਾ ਚਾਹੀਦਾ ਤਾਂ ਉਹ ਡਿਸਾਈਡ ਕੌਣ ਕਰਦਾਗਾ ਐਲਗੋਰਿਥਮ ਦੇ ਥਰੂ ਹੀ ਡਿਸਾਈਡ ਕਰਦਾਗਾ ਆਪਰੇਟਿੰਗ ਸਿਸਟਮ ਕੁਝ ਐਲਗੋਰਿਥਮਸ ਨੇ ਜਿਨ੍ਹਾਂ ਨੂੰ ਫੋਲੋ ਕਰਦਾਗਾ 6 commonly used scheduling algorithms are first come first served FCFS ਜਿਹਨੂੰ ਆਪਾਂ ਕਹਿੰਦੇ ਆ shortest job first priority scheduling, round robin scheduling, multi-level scheduling, multi-level queue scheduling, multi-level feedback queue scheduling एक कुछ है algorithms ਜਿਹੜੇ ਅਸੀਂ ਮਤਲਬ ਕਿ operating system use ਕਰਦਾਗਾ decide ਕਰਨ ਦੇ ਲਈ ਕਿ ਕਿਹੜੀ process ਨੂੰ execute ਕਰਵਾਉਣਾਗਾ first ਹੈ ਜੀ first come first serve scheduling ਇਹਦੇ ਨਾਮ ਤੋਂ ਹੀ ਪਤਾ ਚੱਲਦਾ first come first serve ਪੂਲ ਦੇ ਵਿੱਚ ਜਿਹੜੀ ਸਭ ਤੋਂ ਪਹਿਲਾਂ ਜਾਂ ਸਭ ਤੋਂ ਫਸਟ ਪ੍ਰੋਸੈਸ ਐਂਟਰ ਕਰਦੀ ਆ ਸਿਸਟਮ ਦੇ ਵਿੱਚ ਉਸੇ ਨੂੰ ਹੀ ਸਭ ਤੋਂ ਪਹਿਲਾਂ ਕੀ ਕੀਤਾ ਜਾਂਦਾ ਐਗਜ਼ੀਕਿਊਟ ਕੀਤਾ ਜਾਂਦਾ ਫਿਰ ਨੈਕਸਟ ਫਿਰ ਇਸ ਤੋਂ ਨੈਕਸਟ ਵਾਲੀ ਨੂੰ ਫਿਰ ਇਸ ਤੋਂ ਨੈਕਸਟ ਵਾਲੀ ਨੂੰ ਇਟ ਇਜ਼ ਦ ਸਿੰਪਲੈਸਟ ਐਂਡ ਦ ਮੋਸਟ ਸਟ੍ਰੇਟ ਫਾਰਵਰਡ ਆਫ ਆਲ ਸ਼ੈਡਿਊਲਿੰਗ ਐਲਗੋਰਿਥਮ ਸਭ ਤੋਂ ਸੌਖਾ ਐਂਡ ਸਿੰਪਲ ਜੋ ਹੈ ਇਹ ਐਲਗੋਰਿਥਮ ਆ ਇਨ ਦਿਸ ਸ਼ੈਡਿਊਲਿੰਗ ਦ ਪ੍ਰੋਸੈਸ ਦੈਟ ਰਿਕੁਐਸਟਸ ਦ CPU ਫਸਟ ਇਜ਼ ਐਲੋਕੇਟਡ ਦ CPU ਫਸਟ ਇਸ ਸ਼ੈਡਿਊਲਿੰਗ ਵਿੱਚ ਜੋ ਪ੍ਰੋਸੈਸ CPU ਲਈ ਸਭ ਤੋਂ ਪਹਿਲਾਂ ਰਿਕੁਐਸਟ ਕਰਦੀ ਜਾਂ ਫਿਰ ਐਂਟਰ ਕਰਦੀ ਸਿਸਟਮ ਦੇ ਵਿੱਚ ਉਹਨੂੰ ਕੀ ਹੁੰਦਾ CPU ਫਸਟਲੀ ਐਲੋਕੇਟ ਹੁੰਦਾ thus the name first come first service ਕਰਕੇ ਨਾਮ ਇਹੀ ਆ we can say that FCFS scheduling a process is allocated CPU time according to the arrival time of a process ਇਹਦੇ ਵਿੱਚ ਜੋ arrival time ਹੈ process ਦੀ ਠੀਕ ਹੈ ਉਸ according ਹੀ CPU time ਕੀਤਾ ਜਾਂਦਾ allocate ਕੀਤਾ ਜਾਂਦਾ ਕਿਹਨੂੰ ਉਸ process ਨੂੰ the implementation of FCF policy is easily managed with FIFO queue ਜਿਹੜੀ ਇਹਦੀ ਇੰਪਲੀਮੈਂਟੇਸ਼ਨ ਆ ਉਹਦੇ ਵਾਸਤੇ ਜਿਹੜੀ ਜੋ ਆਪਣੇ ਕੋਲ ਪ੍ਰੋਸੈਸਸ ਆਉਂਦੀਆਂ ਉਹਨੂੰ ਕਿਹਦੇ ਵਿੱਚ ਰੱਖਿਆ ਜਾਂਦਾ FIFO queue ਯੂਜ਼ ਕੀਤੀ ਜਾਂਦੀ ਆ ਫਸਟ ਕਮ ਫਸਟ ਮਤਲਬ ਜਿਹੜੀ ਸਰਵ ਲਈ ਉਹਦੀ ਕੀਤੀ ਜਾਂਦੀ ਹੈ FIFO queue ਯੂਜ਼ ਕੀਤੀ ਜਾਂਦੀ ਆ ਵੈਨ ਇਹ ਪ੍ਰੋਸੈਸ ਐਂਟਰ ਦਾ ਰੈਡੀ ਕਿਊ ਵਿੱਚ ਐਂਟਰ ਕਰਦੀ ਹੈ ਪ੍ਰੋਸੈਸ PCB is linked on to the tail of the queue ਤਾਂ ਜਿਹੜੀ ਆਪਣੇ ਕੋਲ queue ਆ ਉਹਦੇ ਵਿੱਚ ਐਡ ਕਰਦੇ ਜਾਂਦਾ PCB ਕੀ ਹੁੰਦਾ ਪ੍ਰੋਸੈਸ ਕੰਟਰੋਲ ਬਲਾਕ ਜਿਹੜੀ ਹਰੇਕ ਪ੍ਰੋਸੈਸ ਨਾਲ ਨੂੰ ਅਸਾਈਨ ਕੀਤਾ ਹੁੰਦਾ ਠੀਕ ਹੈ ਜੀ ਜਿਹੜੀ FCF ਆ FCFS ਸ਼ੈਡਿਊਲਿੰਗ ਐਲਗੋਰਿਥਮ ਆ ਇਹ ਨਾਨ ਪ੍ਰੀਐਮਪਟਿਵ ਆ ਨਾਨ ਪ੍ਰੀਐਮਪਟਿਵ ਕਿਉਂ ਆ ਕਿਉਂਕਿ ਜਦੋਂ ਇਹ ਫਸਟ ਨੂੰ ਐਲੋਕੇਟ ਹੋ ਗਿਆ ਤਾਂ ਸੈਕਿੰਡ ਨੂੰ ਇਹ ਨਹੀਂ ਹੈ ਕਿ ਫਸਟ ਨੂੰ ਐਲੋਕੇਟ ਹੋਇਆ ਹੈ ਉਹਨੂੰ ਪਹਿਲਾਂ ਛੱਡ ਜੇ ਤੇ ਸੈਕਿੰਡ ਨੂੰ ਮਤਲਬ ਕਿ CPU ਅਲੋਟ ਹੋ ਜੇ ਨਹੀਂ ਜੇ ਪਹਿਲੇ ਨੂੰ ਅਲਾਟ ਹੋ ਗਿਆ CPU ਤਾਂ ਉਹ ਜਿੰਨਾ ਟਾਈਮ ਟਾਸਕ ਪਰਫਾਰਮ ਨਹੀਂ ਕਰਦੀ ਹੈਗੀ ਇਸ ਤੋਂ ਬਾਅਦ ਹੀ ਕਿਸੇ ਹੋਰ ਨੂੰ ਅਲਾਟ ਹੁੰਦਾ ਇਸ ਕਰਕੇ ਨਾਨ ਪ੍ਰੀਐਮਪਟਿਵ ਆ once the CPU is allocated a process the process keep the CPU until it releases the CPU ਉਹਨਾਂ ਟਾਈਮ ਰੱਖਦੀ ਜਿੰਨਾ ਟਾਈਮ ਇਹ ਰਿਲੀਜ਼ ਨਹੀਂ ਕਰਦੀ ਹੈਗੀ ਇਹ ਕੰਮ ਨਹੀਂ ਟਰਮੀਨੇਟ ਨਹੀਂ ਹੋ ਜਾਂਦੀ ਹੈਗੀ ਠੀਕ ਹੈ देखो ये किवें बनी हुई है फिगर बनी हुई है रेडी क्यू ਵਿੱਚ देखो जब A पहला A आ रही है फिर B आ रही है फिर C फिर D आ रही है तो पहला A ही एग्जीक्यूट होगी इस तो बाद B होगी C हो एंड D होगी हेड ऑफ क्यू आ क्यू दे विच आ देखो हेड ऑफ क्यू दे ऊपर A पई हुई है एंड टेल ऑफ क्यू दे की आ D आ जेडी लास्ट दे आई सी अपने कोले FCFS tends to favor CPU bound processes. Consider a system with one CPU bound process and a number of input output bound processes. In such a system, the following scenario may be rise. It is simple to understand and code. सब तो सौखा यही है ठीक है It is suitable for batch system where one process execute after the other ਇਹ ਕਿੱਥੇ ਯੂਜ਼ ਕੀਤਾ ਨੇ ਬੈਚ ਸਿਸਟਮ ਦੇ ਵਿੱਚ ਜਿਹਦੇ ਵਿੱਚ ਕੀ ਹੈ ਇੱਕ ਤੋਂ ਬਾਅਦ ਇੱਕ ਐਗਜ਼ੀਕਿਊਟ ਹੁੰਦੇ ਰਹਿੰਦੇ ਪ੍ਰੋਸੈਸਸ ਆਟੋਮੈਟਿਕਲੀ ਉੱਥੇ ਯੂਜ਼ ਹੁੰਦਾ ਡਿਸਐਡਵਾਂਟੇजेस ਕੀ ਨੇ ਇਹਦੇ ਵਿੱਚ ਵੇਟਿੰਗ ਟਾਈਮ ਕੈਨ ਬੀ ਲਾਰਜ ਇਫ ਸ਼ਾਰਟ ਰਿਕੁਐਸਟ ਇਜ਼ ਵੇਟ ਬਿਹਾਈਂਡ ਦ ਲੌਂਗ ਵਨਸ ਜੇ ਕੋਈ ਸ਼ਾਰਟ ਲੈਂਥ ਵਾਲੀ ਜੌਬ ਆ ਉਹ ਤੋਂ ਅੱਗੇ ਕੀ ਆ
कोई जिहड़ी लेंथी है जॉब वो पई आ तुहानूं काफ़ी लंबा टाइम वेट करनी पैंदी आ ठीक है ਉਹਦੀ प्रॉब्लम ये आ इसकी कि शॉर्ट रिक्वेस्टर्स ने मीनस शॉर्ट जॉब्स ने उन्होंने वेट करनी पैंदी क्योंकि उहदे नाल अगे की हुंदी है लैंथी जॉब्स हुंदियां ने A proper mix of jobs is needed to achieve good result from FCFS मिक्सअप ऑफ जॉब्स जिवें कोई कई तो इनपुट आउटपुट बाउंड वालियां ने या फिर CPU नाल रिलेटेड ने ठीक है आपस मिक्सअप हुंदियां जिहदे करके की हुंदा रिजल्ट अचीव करना थोड़ा जिहा वधिया रिजल्ट अचीव करने दे विच मुश्किल हुंदा FCF इज नॉट सूटेड फॉर टाइम शेयरिंग सिस्टम दे लई सूटेबल नहीं हैगी वेयर ईच यूजर नीड टू गैट द CPU फॉर एन इक्वल अमाउंट ऑफ टाइम इंटरवल क्योंकि उहदे विच सारे यूजर्स नूं जिन्ने भी प्रोसैसस नहीं सब इक्वली टाइम चाहिए हुंदा बट ये तो यह है कि जो कोई लेंथी हैगी तो लेंथी पहले नंबर पर तो पता नहीं कितना लंबा टाइम हो एग्जीक्यूट हुई होगी बट वो सिस्टम जी टाइम शेयरिंग सिस्टम है वो FCFS नाम की जी हैगी है शेड्यूलिंग एल्गोरिथम यूज किते नहीं जा सकता है ठीक है जी एग्जाम्पल देखते हैं एग्जाम्पल देने कंसीडर द फॉलोइंग सैट ऑफ प्रोसैसेस दैट अराइव एट टाइम जीरो के उपर आ रही ने सैट ऑफ प्रोसैसेस नहीं जीरो टाइम के उपर आ रही ने विद द लेंथ ऑफ द CPU वर्स्ट टाइम इन द मिली सैकेंड्स हुण तुसीं ये देखो वर्स्ट टाइम की हुंदा जिन्ने टाइम च उहने एग्जीक्यूट होना गा ठीक है प्रोसैस ने मेरे को कितने प्रोसैसेस ने P1 P2 P3 एंड P4 पहली हैगी 30 सैकेंड मतलब उन्होंने दिता है मिली सैकेंड 30 P2 ने 4 मिली सैकेंड च होना गा P3 ने 3 दे होना P4 ने 2 च होना सब तो बड़ी किहड़ी इहदे विचों लेंथी किहड़ी प्रोसैस आ P1 क्योंकि 30 मिली सैकेंड एग्जीक्यूट होगी इफ द प्रोसैस अराइव इन द ऑर्डर P1 P2 P3 एंड P4 ऑर्डर दे विच आ रही है दैन द एवरेज वेटिंग टाइम फॉर द प्रोसैस इज ऑब्टेन फ्रॉम द फॉलोइंग गैंट चार्ट किहड़ा यूज करते हैं आप चार्ट ये देखो पहला P1 आ रही है इच किहड़ी है जे मतलब FCFS आप यूज कर रहे हैं पहली P1 आ रही है तो उन्होंने पूरे कंप्लीट होने तक ही वो करूगा एग्जीक्यूट करवाएगा टाइम कितना 30 मिली सैकेंड जीरो अराइवल टाइम आ जीरो ते पहुंची हो जीरो तो लैके 30 मिली सैकेंड्स किहदे कोले आ P1 कोले आ अगली का कितना 4 है ना 30 तो लैके 34 तक 4 ऐड कर दो उहदे विच ठीक है P2 कितना देखो है तो 34 तक का पूरा टोटल भी तो आप काउंट करांगे ना 34 तक मतलब है 30 ते 34 दे विच कितना डिफरेंस आ 4 आ ठीक है 4 मिली सैकेंड का वो कौन एग्जीक्यूट हो रही है P2 इस तो बाद जी P3 है वो टाइम कितना 3 वो प्लस कितना कर दोगे 34 च 3 प्लस कर दोगे हैगा तो 3 मिली सैकेंड ही है ना तो ठीक है वो की है P3 एग्जीक्यूट हो रही है तो जी P4 आ वो कितना टाइम हो रही है 2 मिली सैकेंड्स ठीक है तो ये की कट दिता टाइम कटता हुण जी वेटिंग टाइम है P1 ने कितना टाइम वेट किया बिल्कुल भी नहीं 0 सैकेंड्स क्योंकि सब तो पहला ही CPU मिल गया आँदी नूं ठीक है वेटिंग टाइम फॉर P2 कितना P2 नूं कितना वेटिंग करना पे टाइम वेट करना पे 30 क्योंकि 30 मिली सैकेंड P1 चली गई है ठीक है P3 नूं कितना करना पेगा 34 P4 नूं कितना टाइम वेट करना पे 37 मिली सैकेंड करना पे तो एवरेज इहदे मल्टी वेटिंग टाइम किवें निकलेगा टोटल वेटिंग टाइम अपॉन नंबर ऑफ प्रोसैसेस टोटल वेटिंग टाइम 0 30 प्लस 34 प्लस 34 37 101 एंड कितनी नंबर ऑफ प्रोसेसेस कितनी ने 4 डिवाइड करेंगे 25.25 मिली सेकेंड्स इज द एवरेज वेटिंग टाइम ठीक है जी एंड इफ द प्रोसेस अराइव इन द ऑर्डर जे प्रोसेसेस इस ऑर्डर विच आउंदियां पहला P4 आउंदी फिर P3 फिर P2 एंड P1 आउंदी उल्टा करके आउंदियां ठीक है पहले नंबर ते P1 P4 आउंदी फिर P3 आउंदी तो P4 किन्ने अराइवल टाइम ते पहुंचदी 0 ते किन्ना ओदा बंद करके मतलब जी इस ऑर्डर दे विच आउंदा तां पहला P4 आउंदी फिर P3 P2 एंड P1 P4 नूं किन्ना वेटिंग टाइम किन्ना हुंदा 0 ਉਹਦੀ वैसे कितना टाइम रन होगी 2 सैकेंड ऊपर कितना ना 2 सैकेंड तक चलेगी ठीक है फिर इस तो P3 कितने सैकेंड तक चलती है 3 मिली सैकेंड टाइम वर्स्ट टाइम तो 3 2 प्लस 3 5 हो गया ठीक है मीनस 3 है इतने मतलब P3 का कितना 3 आ P2 का कितना 4 आ 5 प्लस 4 9 करता हुण P1 का कितना सी 30 9 प्लस 30 कितना 39 तक तो वेटिंग टाइम P4 का 0 आ P3 का कितना 2 आ P2 का कितना 5 आ P1 का कितना 9 तो एवरेज वेटिंग टाइम कितना आ जाएगा 0 प्लस 2 प्लस 5 प्लस 9 करके अपॉन 4 मिली सैकेंड्स आ जाएगा इस अकॉर्डिंग वेटिंग टाइम 4 निकलदा जे उस अकॉर्डिंग करते हैं तो उहदे विच की वेटिंग टाइम अलग तो निकलेगा Thus the average waiting time depend on the order in which the processes arrive जे किस ऑर्डर दे विच प्रोसैसेस आ रही ने ਉਹਦੇ ਉੱਪਰ डिपेंड करता है एवरेज वेटिंग टाइम नैक्सट है जी अपने को शेड्यूलिंग एल्गोरिथम शॉर्टेस्ट जॉब फर्स्ट शेड्यूलिंग जी सब तो छोटी जॉब आ उन्होंने सब तो पहले एग्जीक्यूट करवाना सब तो छोटी जॉब ਨੂੰ फाइंड आउट करके
ਉਹਨੂੰ ਐਗਜ਼ੀਕਿਊਟ ਕਰਵਾਉਣਾ। ਇਸ ਐਲਗੋ ਨੂੰ ਕੀ ਬੋਲਦੇ ਆ? SJF, shortest job first scheduling. SJF is also known as shortest job next algorithm ਵੀ ਅਸੀਂ ਕਹਿੰਦੇ ਆ and is faster than FCFS ਨਾਲੋਂ ਜ਼ਿਆਦਾ faster ਆ। In SJF, the process with the least estimated execution time is selected from the ready queue for execution. ਜਿਹਦੇ ਸਭ ਤੋਂ ਘੱਟ ਐਸਟੀਮੇਸ਼ਨ ਐਗਜ਼ੀਕਿਊਸ਼ਨ ਟਾਈਮ ਹੁੰਦਾ ਉਸੇ ਨੂੰ ਹੀ ਸਿਲੈਕਟ ਕੀਤਾ ਜਾਂਦਾ ਰੈਡੀ ਕਿਊ ਦੇ ਵਿੱਚੋਂ ਐਗਜ਼ੀਕਿਊਸ਼ਨ ਦੇ ਲਈ ਬਾਏ ਦਾ ਆਪਰੇਟਿੰਗ ਸਿਸਟਮ। ਫॉर this SJF algorithm associates with each process the length of its next CPU burst. When the CPU is available, it is assigned to the process that has the smallest next CPU burst. ਇਹਦੇ ਵਿੱਚ ਕੀ ਕਹਿੰਦਾ ਕਿ ਜਦੋਂ CPU ਅਵੇਲੇਬਲ ਹੁੰਦਾ ਤਾਂ ਉਹ ਕਿਹਨੂੰ ਅਸਾਈਨ ਹੁੰਦਾ? ਜਿਹੜੀ ਸਭ ਤੋਂ ਅਗਲੀ smallest ਹੁੰਦੀ ਹੈ, ਜਿਹਦਾ CPU ਜਿਹਦਾ burst time ਸਭ ਤੋਂ ਘੱਟ ਹੋਊਗਾ, burst time ਘੱਟ ਹੋਊਗਾ ਮਤਲਬ ਉਹ smallest ਹੋਊਗੀ, ਉਹਨੂੰ ਕੀ ਹੋ ਜਾਏਗਾ? ਉਹ ਅਸਾਈਨ ਹੋ ਜਾਏਗਾ। ਅੱਗੇ ਇਹ ਵੀ ਨॉन ਪ੍ਰੀਐਮਪਟਿਵ ਟਾਈਪ ਦੀ ਹੁੰਦੀ ਆ, ਠੀਕ ਹੈ। ਪ੍ਰੀਐਮਪਟਿਵ ਵੀ ਹੁੰਦਾ। SJF ਐਲਗੋਰਿਥਮ ਕੈਨ ਬੀ ਪ੍ਰੀਐਮਪਟਿਵ ਐਂਡ ਨॉन ਪ੍ਰੀਐਮਪਟਿਵ। ਕੀ ਹੁੰਦਾ ਨॉन ਪ੍ਰੀਐਮਪਟਿਵ? ਇਹਦੇ ਵਿੱਚ ਉਹੀ ਦੁਬਾਰਾ ਰਿਪੀਟ ਆ। ਨॉन ਪ੍ਰੀਐਮਪਟਿਵ ਵਿੱਚ ਇਹੀ ਹੋ ਜਾਂਦਾ ਕਿ ਜੇ CPU is always assigned to the process with least CPU burst time, ਜਿਹਦਾ ਸਭ ਤੋਂ ਘੱਟ burst time ਹੁੰਦਾ ਜਿਹੜੀ ਪ੍ਰੋਸੈਸ ਦਾ ਉਸੇ ਨੂੰ ਅਸਾਈਨ ਹੁੰਦਾ, ठीक है। and the main advantage of SJF scheduling is that it gives minimum average waiting time for a given set of processes. ਇਹਦੇ ਵਿੱਚ ਜਿਹੜਾ average time ਆ ਬਹੁਤ ਘੱਟ ਹੁੰਦਾ, ਜਿਹੜਾ ਅਸੀਂ find out ਕਰਦੇ ਨੇ average time minimum ਹੁੰਦਾ ਜਿਹੜੀ SJF ਹੁੰਦੀ ਆ, ਠੀਕ ਹੈ, ਐਲਗੋਰਿਥਮ ਦੇ ਵਿੱਚ। the main disadvantages ਕੀ ਹੁੰਦੀ ਹੈ ਇਹਦੀ? it requires precise knowledge of how long a job or process will run and this information is usually not available. ਤਾਂ ਇਹਦੀ ਡਿਸਐਡਵਾਂਟੇਜਸ ਇਹੀ ਹੈ ਕਿ ਸਾਡੇ ਕੋਲ ਨੌਲੇਜ ਜਾਂ ਇਨਫੋਰਮੇਸ਼ਨ ਨਹੀਂ ਅਵੇਲੇਬਲ ਹੁੰਦੀ ਕਿਹੜੀ ਪ੍ਰੋਸੈਸ ਹੋਊਗੀ, ਠੀਕ ਆ, ਜਾਂ ਜੋ ਵੀ ਪ੍ਰੋਸੈਸ ਲੈਂਦੇ ਆ ਕਿ ਇਹ ਵਾਲੀ ਪ੍ਰੋਸੈਸ ਕਿੰਨਾ ਲੰਮਾ ਟਾਈਮ ਚੱਲਣਗੀਆਂ, ਹਾਊ ਲੌਂਗ ਇਹ ਜੌਬ or process will run, or this information is usually not available. Another disadvantage of SJF scheduling is that the process with high estimated execution time may have to wait for a long time if there are a large number of processes with short estimated execution time. ਇਹਦੀ disadvantage ਇੱਕ ਹੋਰ ਆ ਕਿ ਜਿਹੜੀ high ਐਸਟੀਮੇਟਡ ਐਗਜ਼ੀਕਿਊਸ਼ਨ ਟਾਈਮ ਵਾਲੀ ਜਿਹੜੀ ਪ੍ਰੋਸੈਸ ਹੁੰਦੀ ਉਹਨੂੰ ਵੇਟ ਕਰਨਾ ਪੈਂਦਾ। ਸ਼ਾਰਟੈਸਟ ਜੌਬ ਕੋਈ ਇੱਕ ਤਾਂ ਹੋ ਨਹੀਂ ਸਕਦੀਆਂ, 3-4 ਹੋ ਗਈਆਂ ਸ਼ਾਰਟੈਸਟ ਜੌਬ ਵਾਲੀ। ਇੱਕ ਹਾਈ ਜਿਹੜੀ ਮਤਲਬ ਕਿ ਲੈਂਥੀ ਜੌਬ ਆ ਉਹਨੂੰ ਕੀ ਵੇਟ ਕਰਨਾ ਬਹੁਤ, ਤਿੰਨੇ ਜਿੰਨਾ ਟਾਈਮ ਐਗਜ਼ੀਕਿਊਟ ਨਹੀਂ ਹੁੰਦੀਆਂ ਹੈਗੀਆਂ, ਚਾਹੇ ਉਹ ਸ਼ਾਰਟ ਨੇ ਟਾਈਮ ਘੱਟ ਲੈਂਦੀਆਂ ਹੁਣ, ਪਰ 3 ਜਾਂ 4 ਜਾਂ 5 ਇਕੱਠੀਆਂ ਹੋ ਕੇ ਤਾਂ ਟਾਈਮ ਜ਼ਿਆਦਾ ਲੈਣਗੀਆਂ ਨਾ, ਠੀਕ ਹੈ ਨਾ। ਇੱਕ ਤੋਂ ਬਾਅਦ ਇੱਕ ਹੋਊਗੀ ਤਾਂ ਟਾਈਮ ਤਾਂ ਉਹ ਲੈ ਰਹੀਆਂ ਹੋਣਗੀਆਂ, ਤਾਂ ਉਹਨਾਂ ਨੂੰ ਕੀ ਕਰਨਾ ਪੈਂਦਾ? ਵੇਟ ਕਰਨਾ ਪੈਂਦਾ ਲੌਂਗ ਨੂੰ। ਅੱਗੇ ਹੈ ਜੀ ਪ੍ਰੀਐਮਪਟਿਵ SJF। ਇਹਦੇ ਵਿੱਚ ਕੀ ਹੁੰਦਾ ਗਾ? ਇਹਨੂੰ preemptive version of SJF scheduling is also known as shortest remaining time scheduling. shortest remaining time scheduling ਵੀ ਬੋਲਦੇ ਆ। SRT scheduling is useful in time sharing system. ਸਭ ਤੋਂ ਜ਼ਿਆਦਾ ਕਿੱਥੇ use ਹੁੰਦੀ ਆ? time sharing system ਵਿੱਚ use ਹੁੰਦੀ ਆ। in SRT the process with smallest estimated run time or completion is run next. this rule is applied even for new arrival processes. ਇਹਦੇ ਵਿੱਚ ਜਿਹੜੀਆਂ ਹੁੰਦੀਆਂ ਨੇ ਇਹ ਪ੍ਰੀਐਮਪਟਿਵ ਆ ਗਈਆਂ ਨਾ। ਪ੍ਰੀਐਮਪਟਿਵ ਵਿੱਚ ਮਤਲਬ ਤੁਸੀਂ ਕੀ, ਜੇ ਕੋਈ ਹੋਰ ਛੋਟੀ ਤੋਂ ਛੋਟੀ ਆ ਰਹੀ ਹੁੰਦੀ, ਜਿਵੇਂ ਛੋਟੀ ਨੂੰ ਅਸੀਂ ਐਗਜ਼ੀਕਿਊਟ ਕਰਵਾ ਰਿਹਾ ਹੁੰਦਾ ਆਪਰੇਟਿੰਗ ਸਿਸਟਮ, ਜੇ ਕੋਈ ਹੋਰ ਛੋਟੀ ਆ ਗਈ ਆ, ਠੀਕ ਹੈ, ਜਿਹੜੀ ਸ਼ਾਰਟ ਲੈਂਥ ਵਾਲੀ ਪ੍ਰੋਸੈਸ ਆ ਗਈ, ਤਾਂ ਉਹਨੂੰ ਛੱਡ ਕੇ ਪਹਿਲਾਂ ਸ਼ਾਰਟ ਲੈਂਥ ਵਾਲੀ ਪ੍ਰੋਸੈਸ ਨੂੰ ਕੀ ਕਰੇਗਾ? ਐਗਜ਼ੀਕਿਊਟ ਕਰਵਾਏਗਾ। ਇਸ ਕਰਕੇ ਇਹਦਾ ਨਾਮ ਕੀ ਆ? ਕੀ ਨਾਮ ਹੈ ਇਹਦਾ? ਪ੍ਰੀਐਮਪਟਿਵ SJF, ਜਿਹਦੇ ਵਿੱਚ ਅਸੀਂ ਆਪਰੇਟਿੰਗ ਸਿਸਟਮ ਸਵਿਚ ਕਰ ਸਕਦਾ ਗਾ, ਠੀਕ ਹੈ। ਡਿਸਐਡਵਾਂਟੇਜਸ ਕੀ ਹੁੰਦੀਆਂ? ਐਗਜ਼ੀਕਿਊਸ਼ਨ ਟਾਈਮ ਆਫ ਪ੍ਰੋਸੈਸਸ ਮਸਟ ਬੀ ਨੋਨ ਇਨ ਐਡਵਾਂਸ। ਇਹਦੇ ਵਿੱਚ ਐਡਵਾਂਸ ਪਤਾ ਹੋਣਾ ਚਾਹੀਦਾ ਕਿ ਪ੍ਰੋਸੈਸਸ ਦਾ ਐਗਜ਼ੀਕਿਊਸ਼ਨ ਬਰਸਟ ਟਾਈਮ ਕਿੰਨਾ ਹੋਊਗਾ। ਕੈਲਕੂਲੇਟਿੰਗ ਐਗਜ਼ੀਕਿਊਸ਼ਨ ਟਾਈਮ ਆਫ ਏ ਪ੍ਰੋਸੈਸ ਵਿਦਆਊਟ ਐਗਜ਼ੀਕਿਊਟਿੰਗ ਇਟ ਇਜ਼ ਡਿਫਿਕਲਟ। ਐਗਜ਼ੀਕਿਊਸ਼ਨ ਤੋਂ ਬਗੈਰ ਇਹਨੂੰ ਮਤਲਬ ਕੈਲਕੂਲੇਟ ਕਰਨਾ ਐਗਜ਼ੀਕਿਊਸ਼ਨ ਟਾਈਮ ਨੂੰ ਡਿਫਿਕਲਟ ਆ। SRT ਹੈਜ਼ ਹਾਇਰ ਓਵਰਹੈਡ ਦੈਨ SJF। SJF ਨਾਲੋਂ ਜ਼ਿਆਦਾ ਪ੍ਰੋਬਲਮਸ ਆਉਂਦੀਆਂ ਨੇ SRT ਦੇ ਵਿੱਚ। or higher overhead ਦਾ ਮਤਲਬ ਹੁੰਦਾ problems ਆਉਣਾ। as SRT favors short jobs, that this means waiting time for longer process or jobs is more longer, or long jobs can be victim of starvation. ਇਹ ਵੀ ਦੇਖੋ short jobs ਨੂੰ ਹੀ favor ਕਰਦੀ ਹੈ, ਤਾਂ ਇਸ ਕਰਕੇ ਜਿਹੜੀ lengthy jobs ਹੁੰਦੀਆਂ ਨੇ ਉਹਨਾਂ ਨੂੰ ਕੀ ਕਰਨਾ? ਵੇਟ ਕਰਨਾ ਪੈਂਦਾ, ਜਿਹਦੇ ਕਰਕੇ ਉਹ victim ਹੋ ਜਾਂਦੀਆਂ ਨੇ starvation ਦੀਆਂ, ਠੀਕ ਹੈ ਜੀ। ਅੱਗੇ ਕਰਾਂਗੇ ਆਪਾਂ example of non preemptive SJF ਦੀ next video ਵਿੱਚ। so thank you।